ਦੋਸਤੋ ਅੱਜ ਅਸੀਂ 1 ਸਤੰਬਰ ਦੇ ਦਿਨ ਸਿੱਖ ਤੌਰੀਕੇ 'ਚ ਹੋਈਆਂ ਘਟਨਾਵਾਂ ਦਾ ਚਰਚਾ ਕਰਾਂਗੇ। ਸਭ ਤੋਂ ਪਹਿਲੀ ਘਟਨਾ 1 ਸਤੰਬਰ 1700 ਦੀ ਕਿਲ੍ਹਾ ਲੋਹਗੜ੍ਹ ਆਨੰਦਪੁਰ ਸਾਹਿਬ ਦਾ ਜਿਹੜਾ ਹੈ ਉਸ 'ਤੇ ਬਿਲਾਸਪੁਰ ਦੀ ਫੌਜ ਦਾ ਅਜਮੇਰ ਚੰਦ ਦੀ ਫੌਜ ਦੇ ਹਮਲੇ ਦਾ ਜਿਹੜਾ ਦਿਨ ਹੈ ਉਸ ਦਿਨ ਹਮਲਾ ਹੋਇਆ ਸੀਗਾ 1 ਸਤੰਬਰ ਸੰਨ 1700 ਦਿਨ। ਸਾਨੂੰ ਪਤਾ ਹੈ ਕਿ 29, 30, 31 ਅਗਸਤ 3 ਦਿਨ ਬਿਲਾਸਪੁਰ ਦੇ ਰਾਜੇ ਅਜਮੇਰ ਚੰਦ ਨੇ ਸਭ ਤੋਂ ਪਹਿਲਾਂ ਤਾਰਾਗੜ੍ਹ 29 ਤਰੀਕ ਨੂੰ, 30 ਤਰੀਕ ਨੂੰ ਰਾਮਗੜ੍ਹ ਤੇ 31 ਤਰੀਕ ਨੂੰ ਫਤਿਹਗੜ੍ਹ ਸਾਹਿਬ ਗੁਰਦੁਆਰੇ ਦੇ ਉੱਤੇ ਉਹਨਾਂ ਨੇ ਕਿਲ੍ਹਿਆਂ ਦੇ ਉੱਤੇ ਹਮਲੇ ਕੀਤੇ ਸਨ, ਜਿੱਥੇ ਉਹ ਕਿਲ੍ਹਿਆਂ ਦੇ ਗੁਰਦੁਆਰੇ ਬਣੇ ਹਨ। ਅਤੇ ਉਸਨੇ ਚੌਥੇ ਦਿਨ ਜਿਹੜਾ ਹੈ ਇਹ 3 ਦਿਨ ਹਾਰ ਖਾ ਕੇ ਬਹੁਤ ਸਾਰੇ ਬੰਦੇ ਮਰਵਾ ਕੇ, ਬੰਦੇ ਆਪਣੇ ਜ਼ਖਮੀ ਕਰਵਾ ਕੇ ਉਸਨੇ ਮਹਿਸੂਸ ਕੀਤਾ ਵੀ ਗੁਰੂ ਗੋਬਿੰਦ ਸਿੰਘ ਤੇ ਸਿੱਖਾਂ ਨੂੰ ਜਿੱਤਣਾ ਜਿਹੜਾ ਮੁਸ਼ਕਲ ਹੈ। ਇਹ ਜਿੱਤਣ ਵਾਸਤੇ ਉਸਨੇ ਸੋਚਿਆ ਵੀ ਸਭ ਤੋਂ ਪਹਿਲੀ ਗੱਲ ਵੀ ਇਹਨਾਂ ਦਾ ਜਿੱਥੇ ਹਥਿਆਰਾਂ ਦਾ ਜਿਹੜਾ ਸਾਰਾ ਜ਼ਖੀਰਾ ਪਿਆ, ਸਟਾਕ ਪਿਆ ਹੈ, ਉਸ 'ਤੇ ਕਬਜ਼ਾ ਕੀਤਾ ਜਾਏ। ਅਤੇ ਉਹ ਕਿਲ੍ਹਾ ਲੋਹਗੜ੍ਹ ਦੇ ਵਿੱਚ ਪਿਆ ਸੀਗਾ ਅਤੇ ਲੋਹਗੜ੍ਹ ਕਿਲ੍ਹਾ ਜਿਹੜਾ ਹੈ ਉਹਦਾ ਦਰਵਾਜ਼ਾ ਬਹੁਤ ਮਜ਼ਬੂਤ ਸੀ, ਉਹਦੇ ਅੰਦਰ ਕਾਰਖਾਨਾ ਸੀ। ਰਾਮ ਸਿੰਘ ਸਿਕਰੀਗਰ ਜਿਹੜਾ ਉਹ ਹਥਿਆਰ ਬਣਾਇਆ ਕਰਦਾ ਸੀਗਾ। ਤੋ ਇਹ ਸੋਚ ਕੇ ਉਸਨੇ ਚੌਥੇ ਦਿਨ ਕਿਲ੍ਹਾ ਲੋਹਗੜ੍ਹ 'ਤੇ ਹਮਲਾ ਕਰਨ ਦੀ ਸਕੀਮ ਬਣਾਈ। ਹਮਲਾ ਕਰਨ ਵਾਸਤੇ ਉਹਨੇ ਇੱਕ ਵੱਡੀ ਸਕੀਮ ਇਹ ਬਣਾਈ ਕਿ ਇੱਕ ਹਾਥੀ ਜਿਹਦੇ ਮੱਥੇ 'ਤੇ ਤਵੀਆਂ ਲਾਈਆਂ ਹੋਈਆਂ ਸਨ, ਜਿਹੜੀਆਂ ਜਾ ਕੇ ਵੱਜਣ ਅਤੇ ਨਾਲ ਹੀ ਦਰਵਾਜ਼ਾ ਜਿਹੜਾ ਟੁੱਟ ਕੇ ਡਿੱਗ ਪਵੇ ਜਾਂ ਉਹਦੇ ਵਿੱਚ ਛੇਕ ਹੋ ਜਾਣ, ਮਘੋਰੇ ਹੋ ਜਾਣ, ਅਤੇ ਹਾਥੀ ਨੂੰ ਉਹਨੇ ਸ਼ਰਾਬ ਪਿਆ ਕੇ ਕਿਲ੍ਹੇ ਵੱਲ ਤੋੜਨਾ ਸੀਗਾ, ਜਿਹਦੇ ਨਾਲ ਉਹ ਦਰਵਾਜ਼ਾ ਟੁੱਟਣ ਦੇ ਆਸਾਰ ਬਣ ਜਾਣੇ ਸਨ। ਇਹ ਖਬਰ ਜਿਹੜੀ ਪਹਿਲਾਂ ਪਤਾ ਲੱਗ ਚੁੱਕੀ ਸੀ। ਤੋ ਇਸ ਖਬਰ ਦੀ ਰਾਤ ਨੂੰ ਇਸ ਕਰਕੇ ਪਤਾ ਲੱਗੀ ਵੀ ਸਿੱਖਾਂ ਦੇ ਸੂਹੀਏ ਵੀ ਜਿਹੜੇ ਸਨ ਉਹਨਾਂ ਵਿੱਚ ਫਿਰਦੇ ਸਨ। ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜਾ ਅਜਮੇਰ ਚੰਦ ਦਾ ਮਾਮਾ ਕੇਸਰੀ ਚੰਦ ਹੈ ਉਸ ਨੇ ਇਸ ਦੇ ਵਾਸਤੇ ਹਮਲਾ ਕਰਨ ਵਾਸਤੇ ਸਾਰੀ ਪਲਾਨਿੰਗ ਬਣਾਈ ਹੈ। ਹਾਲਾਂਕਿ ਉਹਦੇ ਵਜ਼ੀਰ ਕਰਮ ਚੰਦ ਨੇ ਉਸ ਨੂੰ ਰੋਕਿਆ ਵੀ ਸੀਗਾ, ਪਰ ਕੇਸਰੀ ਚੰਦ ਜਿਹੜਾ ਹੈ ਉਸ ਨੇ ਇਹ ਕਿਹਾ, ਐਲਾਨ ਕੀਤਾ, ਮਤਲਬ ਇਸ ਤਰ੍ਹਾਂ ਦੀ ਦਲੇਰਾਨਾ ਗੱਲ ਉਹਨੇ ਕੀਤੀ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਸਿਰ ਲਾ ਕੇ ਲਿਆਵਾਂਗਾ, ਨਹੀਂ ਤਾਂ ਮੈਂ ਵਾਪਸ ਘਰ ਨਹੀਂ ਜਾਵਾਂਗਾ। ਇਹੋ ਜਿਹੀ ਉਸਨੇ ਕਸਮ ਖਾ ਲਈ, ਪ੍ਰਣ ਕਰ ਲਿਆ। ਤੋ ਜਦੋਂ ਕੇਸਰੀ ਚੰਦ ਨੇ ਅਜਿਹਾ ਪ੍ਰਣ ਕੀਤਾ ਤਾਂ ਇਹ ਗੱਲ ਪਹੁੰਚ ਗਈ ਸਾਰੀ ਦੀ ਸਾਰੀ ਉੱਥੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਰਾਤ ਕਿਲ੍ਹਾ ਆਨੰਦਗੜ੍ਹ ਵਿੱਚ, ਕਿਉਂਕਿ ਸਭ ਤੋਂ ਵੱਡਾ ਕਿਲ੍ਹਾ ਆਨੰਦਗੜ੍ਹ ਸੀ, ਸਭ ਤੋਂ ਉੱਚਾ ਸੀਗਾ ਔਰ ਉਸ 'ਤੇ ਪਹੁੰਚਣਾ ਤਕਰੀਬਨ ਨਾਮੁਮਕਿਨ ਸੀਗਾ, ਅਤੇ ਇਸ ਕਰਕੇ ਹੇਠਾਂ ਵਾਲੇ ਕਿਲ੍ਹੇ ਜਿਹੜੇ ਸਨ ਉਹਨਾਂ ਤੱਕ ਇਹ ਆਉਂਦੇ ਰਹੇ ਸਨ। ਗਮਗੜ੍ਹ ਵੀ ਹੇਠਾਂ ਸੀ, ਲੋਹਗੜ੍ਹ ਵੀ ਹੇਠਾਂ ਸੀ ਅਤੇ ਫਤਿਹਗੜ੍ਹ ਵੀ ਹੇਠਾਂ ਸੀ। ਤੋ ਉਹਨਾਂ ਨੇ ਆਨੰਦਗੜ੍ਹ ਕਿਲ੍ਹੇ ਵਿੱਚ ਬੈਠ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਰਿਆਂ ਸੰਗਤਾਂ ਨੂੰ ਸੱਦਿਆ ਅਤੇ ਉਸਨੂੰ ਕਿਹਾ ਵੀ ਸਾਨੂੰ ਪਤਾ ਲੱਗਿਆ ਵੀ ਜਿਹੜਾ ਹਾਥੀ ਲਿਆ ਰਿਹਾ ਹੈ ਅਜਮੇਰ ਚੰਦ, ਕੇਸਰੀ ਚੰਦ ਦੋਨੇ, ਅਤੇ ਇਸ ਕਰਕੇ ਉਹਦਾ ਜਿਹੜਾ ਮੁਕਾਬਲਾ ਕਰਨ ਵਾਸਤੇ ਸਾਨੂੰ ਵੀ ਜਿਹੜਾ ਇਹਦਾ ਮੁਕਾਬਲਾ ਕਰਨਾ ਚਾਹੀਦਾ ਹੈ। ਇੱਕ ਖਿਆਲ ਰਵੇ, ਚਤਰ ਸਿੰਘ ਬਰਾੜ ਇੱਕ ਸ਼ਖਸ ਸੀਗਾ ਜਿਹੜਾ ਇਹ ਸਾਰਾ ਸੂਹ ਲੈ ਕੇ ਆਇਆ ਸੀਗਾ। ਤੋ ਚਤਰ ਸਿੰਘ ਬਰਾੜ ਨੇ ਕਿਹਾ ਵੀ ਇਹਦਾ ਮੁਕਾਬਲਾ ਜਿਹੜਾ ਹੈ ਕਰਨ ਵਾਸਤੇ ਸਾਨੂੰ ਕਿਸੇ ਤਗੜੇ ਜਰਨੈਲ ਸਿੱਖ ਦੀ ਲੋੜ ਹੈ। ਤੋ ਉਸ ਵੇਲੇ ਹਾਜ਼ਰ ਸਿੰਘਾਂ ਵਿੱਚੋਂ ਦੁਨੀ ਚੰਦ ਧਾਲੀਵਾਲ, ਮਸੰਦ ਜਿਹੜਾ ਸੀਗਾ ਝਬਾਲਾਂ ਦਾ, ਉਸ ਇਲਾਕੇ ਦਾ, ਉਹ ਬੈਠਾ ਸੀਗਾ ਅਤੇ ਜਿਹੜਾ ਬਹੁਤ ਚੰਗੇ ਤਗੜੇ ਭਾਰੇ ਜਿਸਮ ਵਾਲਾ ਸੀ, ਚੰਗੇ ਪ੍ਰਸ਼ਾਦੇ ਛਕਦਾ ਹੁੰਦਾ ਸੀਗਾ। ਤੋ ਮਜੀਠੇ ਦਾ ਦੁਨੀ ਚੰਦ ਧਾਲੀਵਾਲ ਜਿਹੜਾ ਮਸੰਦ ਸੀਗਾ। ਤੋ ਇਸ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਤੂੰ ਚੰਗਾ ਤਗੜਾ ਸਿਹਤ ਵਾਲਾ, ਹਾਥੀ ਵਰਗਾ ਹੀ ਤੇਰਾ ਜਿਸਮ ਹੈ ਅਤੇ ਤੂੰ ਹਾਥੀ ਦਾ ਮੁਕਾਬਲਾ ਕਰੇਗਾ, ਤਲਵਾਰ ਜਾਂ ਨੇਜ਼ਾ ਜੋ ਤੇਰਾ ਜੀ ਕਰੇ, ਜਿਹੜਾ ਹਥਿਆਰ ਲੈਣਾ ਚਾਹੇ ਉਹ ਲੈ ਲਈ। ਤੋ ਜਦੋਂ ਉਸ ਵੇਲੇ ਤਾਂ ਹੱਸ ਕੇ ਦੁਨੀ ਚੰਦ ਨੇ ਠੀਕ ਹੈ ਜੀ ਕਹਿ ਦਿੱਤਾ, ਪਰ ਇੰਨਾ ਉਹ ਡਰਿਆ ਕਿ ਰਾਤ ਨੂੰ ਉਸਨੇ ਮਹਿਸੂਸ ਕੀਤਾ, ਕਈਆਂ ਕੋਲ ਗਿਆ, ਪਹਿਲਾਂ ਭਾਈ ਬਚਿੱਤਰ ਸਿੰਘ ਕੋਲ, ਭਾਈ ਉਦੈ ਸਿੰਘ ਕੋਲ ਗਿਆ, ਕੋਈ ਹੋਰ ਸਿੱਖਾਂ ਕੋਲ ਗਿਆ, ਬਈ ਮੇਰੇ ਕੋਲੋਂ ਕਿੱਥੇ ਮੁਕਾਬਲਾ ਕੀਤਾ ਜਾਣਾ, ਗੁਰੂ ਸਾਹਿਬ ਮੈਨੂੰ ਮਰਵਾਉਣਾ ਚਾਹੁੰਦੇ ਆ, ਇਹ ਗੁਰੂ ਸਾਹਿਬ ਨੂੰ ਰੋਕੋ ਵੀ ਇਸ ਤਰ੍ਹਾਂ ਨਾ ਕਰਨ। ਅਤੇ ਜਦ ਕਿ ਕਿਸੇ ਨੇ ਉਸ ਦੀ ਗੱਲ ਦੀ ਪਰਵਾਹ ਨਾ ਕੀਤੀ, ਸਗੋਂ ਉਸ ਨੂੰ ਕਿਹਾ ਵੀ ਜੇ ਤਾਂ ਤੈਨੂੰ ਸ਼ਹੀਦ ਹੋਣ ਦਾ ਮੌਕਾ ਮਿਲਿਆ ਤਾਂ ਤੈਨੂੰ ਖੁਸ਼ੀ ਹੋਣੀ ਚਾਹੀਦੀ, ਗੁਰੂ ਸਾਹਿਬ ਦੇ ਹੁਕਮ ਦੇ ਉੱਤੇ ਤੂੰ ਸ਼ਹੀਦ ਹੋ ਰਿਹਾ। ਪਰ ਉਹ ਰਾਤੋਂ ਰਾਤ ਡਰਦਾ ਜਿਹੜਾ ਭੱਜ ਗਿਆ, ਭੱਜਣ ਲੱਗਿਆ, ਜਿਸ ਰੱਸੀ ਨਾਲ ਉਹ ਲਮਕ ਕੇ ਕਿਲ੍ਹੇ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ, ਉਹ ਰੱਸੀ ਇੰਨੀ ਤਾਂ ਮਜ਼ਬੂਤ ਹੈ ਨਹੀਂ ਸੀ ਅਤੇ ਉਹਦਾ ਜਿਸਮ ਭਾਰਾ ਸੀ, ਉਹ ਡਿੱਗ ਪਿਆ ਅਤੇ ਉਹਨੂੰ ਬਹੁਤ ਬੁਰੀ ਤਰ੍ਹਾਂ ਸੱਟ ਲੱਗੀ। ਅਤੇ ਫਿਰ ਉਹ ਉਸਦੇ ਦੋਸਤ ਉਸਨੂੰ ਜ਼ਖਮੀ ਨੂੰ ਹੀ ਚੁੱਕ ਕੇ ਲੈ ਗਏ, ਅਤੇ ਜਿੱਥੇ ਉਹ ਘਰ ਜਾ ਕੇ ਉਹਦੀ ਬਾਅਦ 'ਚ
ਜਿਸ ਤਰ੍ਹਾਂ ਦੰਦ ਕਥਾ ਚੱਲਦੀ ਵੀ ਸੱਪ ਲੜਨ ਨਾਲ ਮੌਤ ਹੋਈ ਜਾਂ ਕਿਸ ਤਰੀਕੇ ਨਾਲ ਮੌਤ ਹੋ ਗਈ। ਖੈਰ ਇੱਧਰ ਦੂਜੇ ਪਾਸੇ ਜਦੋਂ ਉਸ ਦੇ ਭਾਜਾਂ ਦੀ ਖਬਰ ਮਿਲੀ ਤਾਂ ਗੁਰੂ ਸਾਹਿਬ ਦੇ ਕੋਲ ਫਿਰ ਜਿਹਨੇ ਬਾਕੀ ਸਿੰਘ ਬੈਠੇ ਸਨ ਤੋ ਬਚਿੱਤਰ ਸਿੰਘ ਨੇ ਕਿਹਾ ਵੀ ਗੁਰੂ ਸਾਹਿਬ ਮੈਨੂੰ ਇਜਾਜ਼ਤ ਦਿਓ, ਮੈਂ ਇਸ ਦਾ ਮੁਕਾਬਲਾ ਕਰਾਂਗਾ। ਭਾਈ ਬਚਿੱਤਰ ਸਿੰਘ ਭਾਈ ਮਨੀ ਸਿੰਘ ਦਾ ਪੁੱਤਰ ਸੀ। ਤੋ ਗੁਰੂ ਸਾਹਿਬ ਨੇ ਉਸ ਨੂੰ ਇੱਕ ਜਿਹੜਾ ਪੇਚਦਾਰ ਬਰਛਾ ਦਿੱਤਾ, ਜਿਸ ਨੂੰ ਨਾਗਨੀ ਬਰਛਾ ਕਿਹਾ ਜਾਂਦਾ ਹੈ। ਨਾਗਨੀ ਵਾਂਗੂ ਇਸ ਤਰ੍ਹਾਂ ਜਿਹੜਾ ਅੰਦਰ ਜਾ ਕੇ ਇੱਕਦਮ ਘੁੰਮ ਕੇ ਪਹੁੰਚ ਜਾਂਦਾ, ਕਿਸੇ ਵੀ ਥਾਂ ਤੇ ਪਹੁੰਚਣਾ ਹੋਵੇ। ਦੂਜਾ ਬਰਛਾ ਜਿਹੜਾ ਹੈ ਉਹ ਰੁਕ ਵੀ ਜਾਏਗਾ, ਪਰ ਇਹ ਪੇਚਾਂ ਵਾਲਾ ਹੁੰਦਾ ਤੇ ਇਸ ਕਰਕੇ ਤੋ ਗੁਰੂ ਸਾਹਿਬ ਨੇ ਉਸ ਨੂੰ ਨਾਗਨੀ ਬਰਛਾ ਦਿੱਤਾ ਤਾਂ ਜੋ ਇਹਦਾ ਮੁਕਾਬਲਾ ਕਰੇ। ਦੂਸਰਾ ਜਿਹੜਾ ਕੇਸਰੀ ਚੰਦ ਨੇ ਕਿਹਾ ਸੀਗਾ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਲਿਆਵਾਂਗਾ ਤੇ ਨਹੀਂ ਤਾਂ ਘਰ ਨਹੀਂ ਜਾਵਾਂਗਾ। ਤੋ ਭਾਈ ਉਦੈ ਸਿੰਘ ਜਿਹੜਾ ਬਚਿੱਤਰ ਸਿੰਘ ਤੋਂ ਵੱਡਾ ਸੀਗਾ ਭਰਾ, ਭਾਈ ਮਨੀ ਸਿੰਘ ਦਾ ਪੁੱਤਰ, ਉਸਨੇ ਗੁਰੂ ਸਾਹਿਬ ਨੂੰ ਕਿਹਾ ਕਿ ਰਾਜੇ ਕੇਸਰੀ ਚੰਦ ਨੂੰ ਸੋਧਣ ਦੀ ਮੈਨੂੰ ਸੇਵਾ ਬਖਸ਼ੀ ਜਾਏ। ਤੋ ਗੁਰੂ ਸਾਹਿਬ ਨੇ ਉਹਨੂੰ ਇੱਕ ਬਰਛਾ ਦਿੱਤਾ, ਉਸਨੂੰ ਕਰਪਾ ਬਰਛਾ, ਜਿਹੜੇ ਇਹ ਦੋਨੇ ਬਰਛੇ ਜਿਹੜੇ ਨੇ ਅਨੰਦਪੁਰ ਸਾਹਿਬ 'ਚ ਪਏ ਨੇ। ਤੋ ਇਹ ਦੋਵੇਂ ਭਰਾ ਜਿਹੜੇ ਨੇ ਇਹ ਦੋਵੇਂ ਆਪਣੇ ਹਥਿਆਰ ਲੈ ਕੇ ਤੜਕੇ ਹੀ ਪਹੁੰਚ ਗਏ ਲੋਹਗੜ੍ਹ ਦੇ ਬਾਹਰ, ਕਿਉਂਕਿ ਆਨੰਦਗੜ੍ਹ 'ਚ ਬੈਠੇ ਸਨ। ਲੋਹਗੜ੍ਹ ਦੇ ਅੰਦਰ ਥੋੜ੍ਹੇ ਜਿਹੇ ਸਿੰਘ ਜਿਹੜੇ ਸਨ ਹਾਜ਼ਰ ਸਨ। ਸੋ 1 ਸਤੰਬਰ ਨੂੰ ਜਦੋਂ ਮਸਤ ਹਾਥੀ ਜਿਹੜਾ ਉਸ ਨੂੰ ਤਵੀਆਂ ਬੰਨ੍ਹ ਕੇ ਤੇ ਲਿਆਂਦਾ ਗਿਆ ਜਿਹੜਾ ਸ਼ਰਾਬੀ ਹਾਥੀ ਨੂੰ, ਤਾਂ ਬਚਿੱਤਰ ਸਿੰਘ ਨੇ ਸਾਹਮਣੇ ਆ ਕੇ ਇੱਕਦਮ ਬਰਛਾ ਉਹਦੇ ਮੱਥੇ 'ਚ ਮਾਰਿਆ। ਉਹਨੇ ਦੇਖ ਲਿਆ ਵੀ ਕਿੱਥੇ ਉਹ ਤਵੀ ਨਹੀਂ ਹੈਗੀ, ਉਹ ਵਿਚਕਾਰ ਜਿਹੜੀ ਜਗ੍ਹਾ ਸੀ ਉਹਦੇ 'ਚ ਮਾਰਿਆ, ਜਿਹਦੇ ਨਾਲ ਨਾਰੀ ਖਿੱਚ ਲਿਆ ਉਹਨੇ ਆਪਣਾ ਬਰਛਾ ਵਾਪਸ, ਜਿਹਦੇ ਨਾਲ ਵੀ ਹਾਥੀ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਔਰ ਚਿੰਗਾੜਦਾ ਹੋਇਆ ਪਿੱਛੇ ਨੂੰ ਵਾਪਸ ਦੌੜਿਆ, ਤੇ ਜਿਹਦੇ ਨਾਲ ਉਹ ਪਹਾੜੀ ਜਿਹੜੀਆਂ ਫੌਜਾਂ ਸੀ ਜਿਨ੍ਹਾਂ ਨੇ ਉਹਨਾਂ ਨੂੰ ਭੇਜਿਆ ਸੀਗਾ ਉਹਨਾਂ ਨੂੰ ਲਤਾੜਦਾ ਚਲਾ ਗਿਆ। ਉਹਨੂੰ 'ਚੋਂ ਕਈ ਜਣੇ ਮਾਰੇ ਗਏ। ਉਧਰ ਕੇਸਰੀ ਚੰਦ ਜਿਹੜਾ ਆਪਣੇ ਬੰਦੇ ਲੈ ਕੇ ਜਿੱਥੇ ਖੜਾ ਸੀਗਾ ਹਮਲਾ ਕਰਨ ਵਾਸਤੇ ਵੀ ਜੋ ਤੁਸੀਂ ਖਾਓਗੇ, ਤਾਂ ਭਾਈ ਉਦੈ ਸਿੰਘ ਨੇ ਇੰਨੀ ਤੇਜ਼ੀ ਨਾਲ ਆਪਣਾ ਘੋੜਾ ਦੌੜਾਇਆ ਤੇ ਉਦੈ ਸਿੰਘ ਰਾਜਾ ਕੇਸਰੀ ਚੰਦ ਦੇ ਕੋਲ ਪਹੁੰਚ ਗਿਆ। ਤੇ ਕੇਸਰੀ ਚੰਦ ਕੋਲ ਪਹੁੰਚ ਕੇ ਉਸਨੇ ਕਿਹਾ ਵੀ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿਰ ਲੈਣ ਆਇਆ ਸੈਂ, ਲੈ ਆਪਣਾ ਸਿਰ ਬਚਾ। ਤਾਂ ਉਸਨੇ ਕਿਰਪਾਨ ਦੇ ਇੱਕੋ ਵਾਰ ਨਾਲ ਹੀ ਕੇਸਰੀ ਚੰਦ ਦਾ ਸਿਰ ਵੱਢ ਲਿਆ ਤੇ ਆਪਣੇ ਬਰਛੇ ਤੇ ਟੰਗ ਕੇ ਉਹ ਕਿਲ੍ਹਾ ਆਨੰਦਗੜ੍ਹ 'ਚ ਲੈ ਗਿਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੈਰਾਂ ਤੇ ਰੱਖ ਦਿੱਤਾ ਵੀ ਆਹ ਦੇਖੋ ਜਿਹੜਾ ਤੁਹਾਡਾ ਸਿਰ ਲੈਣ ਆਇਆ ਸੀ ਉਹਦਾ ਸਿਰ ਤੁਹਾਡੇ ਕਦਮਾਂ ਵਿੱਚ ਹਾਜ਼ਰ ਹੈ। ਇਸ ਤੋਂ ਬਾਅਦ ਭਾਈ ਮਨੀ ਸਿੰਘ ਵੀ ਉਸ ਵੇਲੇ ਹਾਜ਼ਰ ਸਨ ਕਿਲ੍ਹੇ ਦੇ ਅੰਦਰ। ਭਾਈ ਸ਼ੇਰ ਸਿੰਘ, ਭਾਈ ਨਾਹਰ ਸਿੰਘ, ਇਹ ਸਾਰੇ ਦੇ ਸਾਰੇ ਜਿਹੜੇ ਨੇ ਹਾਜ਼ਰ ਸਨ। ਇਹ ਸਾਰੇ ਕਿਲ੍ਹੇ 'ਚੋਂ ਬਾਹਰ ਆਏ ਨੇ। ਇਹਨਾਂ ਨੇ ਆ ਕੇ ਤੇ ਲੜਾਈ ਕੀਤੀ ਹੈ। ਪਹਾੜੀ ਫੌਜਾਂ ਭੱਜੀਆਂ ਨਹੀਂ, ਪਹਿਲਾਂ ਤੇ ਲੜਾਈ ਕਰਦੀਆਂ ਰਹੀਆਂ। ਹਾਲਾਂਕਿ ਕੇਸਰੀ ਚੰਦ ਮਾਰਿਆ ਗਿਆ ਸੀ ਤੇ ਹਾਥੀ ਲਤਾੜ ਕੇ ਉਹਨਾਂ ਨੂੰ ਪਿੱਛੇ ਜਾ ਰਿਹਾ ਸੀਗਾ, ਪਰ ਬਹੁਤ ਬੁਰੀ ਤਰ੍ਹਾਂ ਜਦੋਂ ਸਿੰਘਾਂ ਨੇ ਉਹਦਾ ਅਟੈਕ ਕੀਤਾ ਤੇ ਬਹੁਤ ਸਾਰੇ ਪਹਾੜੀ ਫੌਜੀ ਮਾਰੇ ਗਏ ਤੇ ਉਹ ਫਿਰ ਆਪਣੇ ਸਿਰ ਤੇ ਪੈਰ ਰੱਖ ਕੇ ਭੱਜ ਗਏ। ਜਿਹਦਾ ਆਪਾਂ ਸਿਰ ਤੇ ਪੈਰ ਰੱਖ ਕੇ ਇੱਕ ਮੁਹਾਵਰਾ ਹੈ, ਯਾਨੀ ਬਹੁਤ ਤੇਜ਼ੀ ਨਾਲ ਉੱਥੋਂ ਦੌੜੇ। ਆਪਣੇ ਹਥਿਆਰ ਤੇ ਘੋੜੇ ਵੀ ਕਈ ਜਿਹੜੇ ਆ ਉਹ ਛੱਡ ਕੇ ਭੱਜੇ ਆ ਤੇ ਬਿਲਾਸਪੁਰ ਜਾ ਕੇ ਉਹਨਾਂ ਨੇ ਸਾਹ ਲਿਆ। ਇਸ ਲੜਾਈ ਵਿੱਚ ਭਾਈ ਮਨੀ ਸਿੰਘ ਜਿਹੜੇ ਆ ਔਰ ਆਪ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਭਾਈ ਆਲਮ ਸਿੰਘ ਜਿਹੜੇ ਕਿ ਭਾਈ ਮਨੀ ਸਿੰਘ ਦੇ ਦਾਦੇ ਭਾਈ ਬੱਲੂ ਦੇ ਭਰਾ ਦਰਿਆ ਦੇ ਪੁੱਤਰ ਸਨ, ਯਾਨੀ ਭਾਈ ਮਨੀ ਸਿੰਘ ਦੇ ਚਾਚੇ ਸਨ। ਸੁੱਖਾ ਸਿੰਘ ਜਿਹੜਾ ਭਤੀਜਾ ਸੀ ਭਾਈ ਮਨੀ ਸਿੰਘ ਦਾ। ਖੁਸ਼ਹਾਲ ਸਿੰਘ ਜਿਹੜਾ ਭਾਈ ਮੱਖਣ ਸ਼ਾਹ ਲੁਬਾਣਾ ਦਾ ਜਿਹੜਾ ਪੁੱਤਰ ਸੀਗਾ, ਉਹ ਸ਼ਹੀਦੀਆਂ ਪਾ ਗਏ। ਇਹਨੇ ਜਣੇ ਜਿਹੜੇ ਭਾਈ ਮਨੀ ਸਿੰਘ ਜ਼ਖਮੀ ਹੋਏ ਆ ਤੇ ਭਾਈ ਆਲਮ ਸਿੰਘ, ਭਾਈ ਸੁੱਖਾ ਸਿੰਘ ਤੇ ਭਾਈ ਖੁਸ਼ਹਾਲ ਸਿੰਘ ਜਿਹੜੇ ਆ ਉਹ ਸ਼ਹੀਦੀਆਂ ਪਾ ਗਏ। ਇਸ ਬਾਰੇ ਪਟਵਈ ਤਲੌਂਡਾ ਦੇ ਵਿੱਚ ਜ਼ਿਕਰ ਆਉਂਦਾ ਹੈ। ਗੁਰੂ का वचन पाए भाई मनी सिंह बेटा माईदास का, पोता बल्लू राय का, बचित्र सिंह बेटा मनी सिंह का, उदय सिंह बेटा मनी सिंह का, आलम सिंह बेटा दुर्गादास पोता पद्मे का, हजावता बियाना साल 1757 असुज प्रविष्टे पहली रविवार के दिन किला लोहगढ़ परगना माखोवाल से खालसा दल को गैर ले चरण गंगा नदी के मलान सामे माथे को युद्ध किया। बचित्र सिंह ने हाथी को मार भगाया। उदय सिंह के हाथ से केसी चंद जसवारिया मारा गया। मनी सिंह सख्त घायल हुए। आलम सिंह बेटा दरिया का, पोता मूले का जलाना, सुखा सिंह बेटा राय सिंह का, पोता माईदास का, खुशहाल सिंह बेटा मक्खन शाह लुबाने का, पोता दासे का, पेडिया बंजारा रण में जूझ कर मरे, आगे गुरु पाने का खाविद है, गुरु की गत गुरु जाने। सो ये लड़ाई जी है 1 सितंबर 1700 की जी है सिख हिस्ट्री च बड़ी अहम थां रखती है। फिर साढ़े को बबर अकाली लहर जी 1921 भी शुरू हुई है, ਜਿਹੜੇ ਸਿੱਖਾਂ ਤੇ ਜ਼ੁਲਮ ਕਰਨ ਵਾਲੇ ਅੰਗਰੇਜ਼ਾਂ ਔਰ ਉਹਨਾਂ ਦੇ ਚੋਰੀ ਚੁੱਕਾਂ ਤੇ ਟਾਉਟਾਂ ਤੇ ਮੁਖਬਰਾਂ ਜਿਹੜੇ ਨੇ ਜਿਹੜੇ ਵੀ ਜ਼ਿਆਦਤੀ ਕਰਦੇ ਸਨ ਲੋਕ ਤੇ ਠੱਗ ਸਨ, ਉਹਨਾਂ ਨੂੰ ਸੋਧਣ ਵਾਸਤੇ ਜਿਹੜੀ ਲਹਿਰ ਚੱਲੀ ਹੈ, ਅਸਲੀ ਆਜ਼ਾਦੀ ਦੀ ਜਿਹੜੀ ਸਿੱਖ ਆਜ਼ਾਦੀ ਦੀ ਲਹਿਰ ਹੈ, ਜਿਹੜੀ ਹਥਿਆਰਬੰਦ ਘੋਰ ਹੈ, ਉਹ ਜਿਹੜਾ ਬਬਰ ਲਹਿਰ ਹੈ 1921 ਤੋਂ ਲੈ ਕੇ 25 ਤੱਕ ਚੱਲਦੀ ਰਹੀ ਹੈ। ਤੋ ਇਹਦੇ ਵਿੱਚ ਸਭ ਤੋਂ ਵੱਡਾ ਹਾਦਸਾ ਜਿਹੜਾ ਹੋਇਆ ਹੈ, ਉਹਦੇ ਨਾਲ ਬੜਾ ਵੱਡਾ ਨੁਕਸਾਨ ਹੋਇਆ ਜਿਹੜਾ, ਉਹ ਸੀ 1 ਸਤੰਬਰ 1923 ਦਾ। ਅਸੀਂ ਜਾਣਦੇ ਹਾਂ ਬਈ ਇਸ ਲਹਿਰ ਦੇ ਜਿਹੜੇ ਮੁੱਖ ਆਗੂ ਸਨ, ਜਿਨ੍ਹਾਂ 'ਚ
ਕਰਮ ਸਿੰਘ ਦੌਲਤਪੁਰ ਬੱਬਰ ਕਰਮ ਸਿੰਘ ਦੌਲਤਪੁਰ ਦੀ ਅਖਬਾਰ ਸੀ ਬੱਬਰ, ਉਹ ਅਕਾਲੀ ਬੱਬਰ ਅਕਾਲੀ ਦੇ ਨਾਂ ਤੇ ਹੀ ਉਹਦਾ ਜਿਹੜਾ ਇਹਨਾਂ ਦੇ ਜਥੇ ਦਾ ਨਾਮ ਬੱਬਰ ਅਕਾਲੀ ਬਣ ਗਿਆ ਸੀਗਾ। ਸੋ ਕਰਮ ਸਿੰਘ ਦੌਲਤਪੁਰ, ਬਿਸ਼ਨ ਸਿੰਘ ਮੰਗਟ, ਮਹਿੰਦਰ ਸਿੰਘ, ਪੰਡੋਰੀ ਗੰਗਾ ਸਿੰਘ ਤੇ ਉਦੈ ਸਿੰਘ ਰਾਮਗੜ੍ਹ ਝੁੱਗੀਆਂ, ਇਹ ਚਾਰ ਜਿਹੜੇ ਸਨ ਇਹ 1 ਸਤੰਬਰ 1923 ਦੇ ਦਿਨ ਸ਼ਹੀਦ ਹੁੰਦੇ ਨੇ। ਅਸਲ 'ਚ ਹੋਇਆ ਇਹ ਸੀਗਾ ਵੀ ਜਿਹੜਾ ਇਹਨਾਂ ਬੱਬਰਾਂ ਦਾ ਵੀ ਇੱਕ ਮੈਂਬਰ ਸੀਗਾ, ਸਾਥੀ ਸੀਗਾ, ਪਹਿਲਾਂ ਸਾਬਕਾ ਸਾਥੀ ਕਹਾਂਗੇ, ਅਨੂਪ ਸਿੰਘ ਮਣਕੋ ਨੇ ਇਨਾਮ ਦੇ ਲਾਲਚ ਵਿੱਚ ਇੰਦਰ ਸਿੰਘ ਤੇ ਬੋਗ ਸਿੰਘ ਨਾਂ ਦੇ 2 ਸਪੈਸ਼ਲ ਕਾਂਸਟੇਬਲਾਂ ਰਾਹੀਂ ਪੁਲਿਸ ਨਾਲ ਮਿਲ ਕੇ ਗੱਦਾਰੀ ਕਰਨ ਦਾ ਫੈਸਲਾ ਕਰ ਲਿਆ। ਇਸ ਸਾਜ਼ਿਸ਼ ਹੇਠ ਉਸਨੇ ਬੱਬਰ ਅਕਾਲੀ ਦਲ ਦੇ ਮੁਖੀ ਆਗੂ ਕਰਮ ਸਿੰਘ ਦੌਲਤਪੁਰ, ਬਿਸ਼ਨ ਸਿੰਘ, ਮਹਿੰਦਰ ਸਿੰਘ, ਪੰਡੋਰੀ ਗੰਗਾ ਸਿੰਘ, ਉਦੈ ਸਿੰਘ ਰਾਮਗੜ੍ਹ ਝੁੱਗੀਆਂ ਨੂੰ 31 ਅਗਸਤ 1923 ਦੇ ਦਿਨ ਪਿੰਡ ਬਬੇਲੀ ਵਿੱਚ ਮੇਹਰ ਸਿੰਘ ਦੇ ਘਰ ਲਿਆਂਦਾ ਅਤੇ ਉਧਰ ਉਸੇ ਸ਼ਾਮ ਨੂੰ ਬੋਗ ਸਿੰਘ ਤੇ ਉਸਦਾ ਪੁੱਤਰ ਜਿਹੜਾ ਜਸਵੰਤ ਸਿੰਘ ਨੂੰ ਪੁਲਿਸ ਸੁਪਰਡੈਂਟ ਸਮਿਥ ਨੂੰ ਇਤਲਾਹ ਦੇਣ ਵਾਸਤੇ ਭੇਜ ਦਿੱਤਾ ਵੀ ਉਹ ਆ ਰਿਹਾ। ਉਸੇ ਰਾਤ ਨੂੰ ਪੁਲਿਸ ਦੀ ਇੱਕ ਵੱਡੀ ਧਾਰ ਨੇ ਪਿੰਡ ਬਬੇਲੀ ਨੂੰ ਘੇਰ ਲਿਆ ਤੇ ਜਦ ਬੱਬਰਾਂ ਨੇ ਦੇਖਿਆ 1 ਸਤੰਬਰ ਸਵੇਰ ਨੂੰ ਉੱਠੇ ਆ ਤੇ ਉਸ ਵੇਲੇ ਘੇਰਾ ਪਿਆ ਤਾਂ ਉਹਨਾਂ ਨੇ ਦੇਖਿਆ ਕਿ ਪੁਲਿਸ ਦੀ ਵੱਡੀ ਧਾਰ ਨੇ ਉਹਨਾਂ ਨੂੰ ਘੇਰ ਲਿਆ ਹੈ ਤੇ ਉਹਨਾਂ ਨੇ ਪੁਲਿਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਨਾਲ ਹੀ ਉਹਨਾਂ ਨੇ ਬੇਈ ਜਿਹੜੀ ਬਿਲਕੁਲ ਨਾਲ ਹੈ ਪਿੰਡ ਦੇ ਵਿੱਚੋਂ ਵਗਦੀ ਹੈ ਉਹਦੇ ਵੱਲ ਵਧਣਾ ਸ਼ੁਰੂ ਕਰਤਾ। ਇਸ ਦੌਰਾਨ ਪੁਲਿਸ ਨੇ ਵੀ ਉਹਨਾਂ ਦਾ ਪਿੱਛਾ ਕੀਤਾ ਤੇ ਉਹਨਾਂ ਦੇ ਉੱਤੇ ਜਿਹੜੀਆਂ ਗੋਲੀਆਂ ਦਾ ਮੀਂਹ ਵਰਾਇਆ। ਅਖੀਰ ਉਹ ਚਾਰੇ ਨਦੀ ਦੇ ਕਿਨਾਰੇ ਤੇ ਪਹੁੰਚ ਗਏ ਤੇ ਉਹਦੇ ਵਿੱਚ ਠਿੱਲ ਪਏ ਤੇ ਪੁਲਿਸ ਨੇ ਨਦੀ ਦੇ ਵਿੱਚ ਵੀ ਉਹਨਾਂ ਦੇ ਜਾਂਦਿਆਂ ਦੇ ਉੱਤੇ ਵੀ ਗੋਲੀਆਂ ਜਿਹੜੀਆਂ ਉਹਨਾਂ ਦਾ ਵਰਾਣਾ ਜਾਰੀ ਰੱਖਿਆ। ਇਹਦੇ ਨਾਲ ਉਦੈ ਸਿੰਘ, ਮਹਿੰਦਰ ਸਿੰਘ ਸ਼ਹੀਦ ਹੋ ਗਏ ਪਰ ਕਰਮ ਸਿੰਘ ਤੇ ਬਿਸ਼ਨ ਸਿੰਘ ਜ਼ਖਮੀ ਹੋ ਕੇ ਪਾਰ ਲੰਘ ਗਏ। ਪੁਲਿਸ ਇਸ ਦੌਰਾਨ ਵੀ ਗੋਲੀਆਂ ਚਲਾਉਂਦੀ ਰਹੀ ਤੇ ਨਦੀ ਦੇ ਪਾਰ ਵੀ ਗੋਲੀਆਂ ਚੱਲਦੀਆਂ ਰਹੀਆਂ ਜਿਸ ਦੇ ਨਾਲ ਭਾਈ ਕਰਮ ਸਿੰਘ ਤੇ ਬਿਸ਼ਨ ਸਿੰਘ ਵੀ ਜਿਹੜੇ ਸ਼ਹੀਦ ਹੋ ਗਏ। ਇਸ ਹਮਲੇ ਵਿੱਚ 1400 ਪੁਲਿਸੀਆਂ ਤੇ ਫੌਜੀਆਂ ਨੇ ਹਿੱਸਾ ਲਿਆ ਸੀ ਔਰ ਇਹ 4 ਸ਼ਹੀਦੀਆਂ ਦੇ ਨਾਲ ਬੱਬਰ ਲਹਿਰ ਦਾ ਤਕਰੀਬਨ ਖਾਤਮਾ ਹੀ ਹੋ ਗਿਆ। ਸੋ 1 ਸਤੰਬਰ 1951 ਦੀ ਸਾਡੇ ਕੋਲ ਘਟਨਾ ਹੈ ਕਿ ਪਟਿਆਲੇ ਵਿੱਚ ਇਸ ਦਿਨ ਅਕਾਲੀ ਦਲ ਨੇ ਮਹਾ ਜਪ ਤਪ ਸਮਾਗਮ ਕੀਤਾ ਸੀ। ਅਸਲ 'ਚ ਜਦੋਂ 1951 'ਚ ਮਰਦਮਸ਼ੁਮਾਰੀ ਚੱਲ ਰਹੀ ਸੀ ਤੇ ਪੰਜਾਬ ਦੇ ਫਿਰਕਾ ਪ੍ਰਸਤ ਹਿੰਦੂਆਂ ਨੇ ਆਪਣੀ ਬੋਲੀ ਹਿੰਦੀ ਲਿਖਵਾਉਣੀ ਸ਼ੁਰੂ ਕਰਤੀ ਸੀ ਤਾਂ ਉਹ ਇਸ ਹਾਲਾਤ ਨੂੰ ਸਾਹਮਣੇ ਰੱਖੇ ਤਾਂ ਅਕਾਲੀ ਦਲ ਦੀ ਕਿਉਂਕਿ ਕਾਨਫਰੰਸ ਜਿਹੜੀ ਇਹਨਾਂ ਨੇ ਕਰਨ ਦਾ ਫੈਸਲਾ ਕੀਤਾ ਤੇ ਉਹਦੀ ਥਾਂ ਤੇ ਇਹਨਾਂ ਨੇ ਇੱਕ ਪਟਿਆਲੇ 'ਚ ਮਹਾ ਜਪ ਤਪ ਸਮਾਗਮ ਕੀਤਾ। तो जिस तरह मैं अगे एक दस भी चुका और तुम पढ़ भी चुके होगे कि 15 अगस्त 1951 के परचे विच टाइम्स ऑफ इंडिया ने यह गल लिखी सी कि पंजाब के सिख कांग्रेस के विरोध इस करके हैं कि सिखां की हर मंग का विरोध किया जाता है। तो वो सब तो वड्डी गल भी पंजाबी जबान तक का विरोध किया जाता है। कदे किसी कांग्रेसी हिंदू ने यह नहीं सोचा कि सिखां का की करना है, वो सिखां हर हथियार नाल भंडदे हैं तो इस करके सिखां की इको एक इलाज है कि इस नाल की मंग मान ली जाए तो पंजाबी सूबा बना दिता जाए। तो अप्रैल 1951 मास्टर तारा सिंह ने इसका जवाब देंदे आखिया सी कि पंजाबी सूबा ना बनाना सिखां नाल बेवसाई है। तो क्योंकि कुछ दिन पहला जन संघी जिहड़े अजकल भारतीय जनता पार्टी है ये बयान दे चुके सन भी सिखां नूं पंजाब की ताकत सौंपना साडे लई खतरनाक है क्योंकि सिख भारत की सरहद ते बैठे हैं। नेहरू नूं बोली की बिना ते कोई इतराज़ नहीं जेकर सिखां नूं इसका फायदा ना होंदा है। भारतीय जनता पार्टी जनसंघ जिहड़ी नेहरू के बिना ते बोलदी सी भी नेहरू यानी कि जिद्दां कि नेहरू का तो उन्हों का इको एक विचार होता है। तो इस करके मास्टर तारा सिंह ने बयान दिता भी हिंदू तो इस तरह कर रहे हैं उन्होंने मुगलों वांग कर रहे हैं जिन्होंने उन्होंने मुगलों वांग हैं जिन्हों नाल रल के इन्होंने हिंदुओं ने सिखां ते कई बार हमले किए सी। गुरु मास्टर तारा सिंह का इशारा जिहड़ा सीगा बिलासपुर के राजे वाल सी जिन्होंने सिखां उत्ते बिलासपुर के हंडूर के राजा ने मुगलों के नाल रल के सिखां दे उत्ते हमले किए सन। फिर 1951 ही सिख वकीलों ते कुछ उलमा जिहड़े विद्वान ने इन्होंने नेहरू दे नाल खुली चिट्ठी लिखी भी सिखां दी होंद नूं वर्तमान माहौल विच खतरा है, सानूं फिरका प्रस्ती तो बचाओ। हासो ही नहीं गल है भी ये गल नेहरू नूं उन्होंने लिखी जिहड़ा खुद फिरका प्रस्ती और ये उत्ते अजमेर सिंह जिहड़ा बाद वजीर बनया समराले वाला, दसौंधा सिंह जिहड़ा पहलां किसी जमाने च MLA ते वजीर भी सीगा 47 तो पहलां, गोपाल सिंह खालसा जिहड़ा मुड़ के कांग्रेस चला गया सीगा, 2 बारी कांग्रेस गया, जसवंत सिंह नेकी जिहड़ा बाद PGI का डायरैक्टर बनया ते कवि सीगा, भान सिंह सिस्टम फेडरेशन का प्रधान, इन्हां दे दस्तखत सन। और कमाल की गल भी कि फिरका प्रस्त कोलों फिरका प्रस्ती के खिलाफ जिहड़े आ वो मदद मंग रहे सन। खैर नेहरू ने मदद तो की करनी सी, उल्टा उसने मास्टर तारा सिंह नूं डिगण दी कोशिशां शुरू करतियां। उसने बाबा खड़क सिंह जिहड़ा किसी जमाने च अकाली दल ते चुणकर का प्रधान सी ते हुण तकरीबन 1930 तो बाद वो जिहड़ा रूपोशी समझो कि जां नुकरे लगा बैठा सीगा। उसका जन्म 20 जून 1951 के दिन आया तो नेहरू ने स्पैशली उसका जन्मदिन मनाने वास्ते जिहड़ा इकट्ठ होया उहदी शमूलीयत की ते खड़क सिंह दी सिफतां ते रज के पुल बने।
ਇਹ ਗੱਲ 20 ਜੂਨ 1951 ਦੀ। ਉਸ ਤੋਂ ਬਾਅਦ ਇਹ ਸਾਰਾ ਕੁਝ ਮਹਿਸੂਸ ਕਰਕੇ ਸਿੱਖਾਂ ਦੇ ਵਿੱਚ ਜੋਸ਼ ਭਰਨ ਵਾਸਤੇ ਮਾਸਟਰ ਤਾਰਾ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਨੇ 1 ਤੇ 2 ਸਤੰਬਰ 1951 ਦੇ ਦਿਨ ਪਟਿਆਲੇ ਵਿੱਚ ਗੁਰਮਤਿ ਮਹਾ ਸਮਾਗਮ ਜਾਪਤਪ ਸਮਾਗਮ ਦੇ ਨਾਂ ਤੇ ਇੱਕ ਵੱਡੀ ਕਾਨਫਰੰਸ ਕੀਤੀ। ਇਸ ਵਿੱਚ 3 ਲੱਖ ਸਿੱਖ ਸ਼ਾਮਿਲ ਹੋਏ ਉਸ ਦਿਨ। ਉਸ ਜ਼ਮਾਨੇ 'ਚ 3 ਲੱਖ ਇੱਕ ਬਹੁਤ ਵੱਡੀ ਗੱਲ ਸੀ, ਤੇ ਉਹ ਵੀ ਪਟਿਆਲੇ ਵਰਗੇ ਛੋਟੇ ਜਿਹੇ ਸ਼ਹਿਰ ਵਿੱਚ। ਤੇ ਇਸ ਸਮਾਗਮ ਦੇ ਜਲੂਸ ਵਿੱਚ ਸਿੱਖ ਫੈਡਰੇਸ਼ਨ, ਸ਼੍ਰੋਮਣੀ ਅਕਾਲੀ ਦਲ, ਇਸ ਅਕਾਲੀ ਜਥੇ ਤੇ ਬੀਬੀਆਂ ਵੀ ਜਿਹੜੀਆਂ ਉਹ ਬੜੀ ਵੱਡੀ ਗਿਣਤੀ ਵਿੱਚ ਆਏ ਤੇ ਸਿੱਖ ਏਕਤਾ ਤੇ ਅਕਾਲੀ ਦਲ ਦੀ ਹਮਾਇਤ ਦਾ ਉਹਨਾਂ ਨੇ ਇਜ਼ਹਾਰ ਕੀਤਾ। ਅਸਲ 'ਚ ਗੁਰਮਤਿ ਮਹਾ ਸਮਾਗਮ ਦੇ ਨਾਂ ਤੇ ਪੰਜਾਬੀ ਸੂਬਾ ਦੀ ਹਮਾਇਤ ਦਾ ਸਮਾਗਮ ਸੀ। ਸ਼੍ਰੋਮਣੀ ਅਕਾਲੀ ਦਲ ਦੀਆਂ ਪਾਲਸੀਆਂ ਦੇ ਹੱਕ 'ਚ ਇੱਕ ਕਿਸਮ ਦਾ ਦਿਖਾਵਾ ਸੀ। 1988 ਦੀ ਪਹਿਲੀ ਸਤੰਬਰ ਦਾ ਇੱਕ ਸਾਡੇ ਕੋਲ ਇੱਕ ਜਲੂਸ ਕੱਢਣ ਦਾ ਜ਼ਿਕਰ ਆਉਂਦਾ ਹੈ ਕਿ 1 ਸਤੰਬਰ 1988 ਦੇ ਦਿਨ ਗੋਬਿੰਦ ਰਾਮ ਨਾਂ ਦੇ ਐਸਪੀ ਵੱਲੋਂ ਬੀਬੀ ਗੁਰਦੇਵ ਕੌਰ ਤੇ ਗੁਰਮੀਤ ਕੌਰ ਤੇ ਕੀਤੇ ਜ਼ੁਲਮ ਦੇ ਖਿਲਾਫ ਇੱਕ ਜਲੂਸ ਕੱਢਿਆ ਗਿਆ ਸੀ, ਪ੍ਰੋਟੈਸਟ ਜਲੂਸ ਕੱਢਿਆ ਸੀ। ਅਸੀਂ ਜਾਣਦੇ ਹਾਂ ਕਿ 1987-88 ਵਿੱਚ ਬੇਗੁਨਾਹ ਸਿੱਖਾਂ ਉੱਤੇ ਤਸ਼ੱਦਦ ਕਰਨ ਵਿੱਚ ਸਭ ਤੋਂ ਬਦਨਾਮ ਪੁਲਸੀਏ ਜਿਹੜੇ ਸਨ, ਪੁਲਿਸ ਦਾ ਚੀਫ ਰਬੈਰੋ, KPS ਗਿੱਲ, ਗੋਬਿੰਦ ਰਾਮ, ਸਵਰਨ ਘੋਟਨਾ, PM ਦਾਸ, ਇਜ਼ਹਾਰ ਆਲਮ ਜਿਹਦੀ ਬੀਵੀ ਨੂੰ ਬਾਅਦ ਬਾਦਲ ਨੇ MLA ਤੇ ਪਾਰਲੀਮੈਂਟਰੀ ਸੈਕਟਰੀ ਬਣਾਇਆ, ਅਜੀਤ ਸੰਧੂ, ਸੁਮੇਧ ਸੈਣੀ ਜਿਹੜਾ ਬਾਅਦ 'ਚ DGP ਬਾਦਲ ਨੇ ਬਣਾਇਆ, ਇਹ ਸਭ ਤੋਂ ਵੱਧ ਜ਼ਾਲਿਮ ਜਿਹੜੇ ਪੁਲਿਸ ਅਫਸਰ ਸਨ। ਤੋ ਗੋਬਿੰਦ ਰਾਮ ਇਹਨਾਂ ਵਿੱਚੋਂ ਜਿਹੜਾ SSP ਉਸਨੇ ਗੁਰਦਾਸਪੁਰ ਵਾਲਾ, ਉਸਨੇ 21 ਅਗਸਤ ਨੂੰ ਬਬਰ ਖਾਲਸਾ ਦੇ ਇੱਕ ਆਗੂ ਮਹਿਲ ਸਿੰਘ ਜਿਹੜਾ ਸੁਖਦੇਵ ਸਿੰਘ ਦਾਸੂਵਾਲ ਦਾ ਭਾਈ ਸੀ, ਉਹਦੀ ਘਰਵਾਲੀ ਗੁਰਦੇਵ ਕੌਰ ਤੇ ਇੱਕ ਕੁਲਵੰਤ ਸਿੰਘ ਦੀ ਘਰਵਾਲੀ ਗੁਰਮੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੂੰ ਬਹੁਤ ਤਸੀਹੇ ਦਿੱਤੇ। ਉਸਨੇ ਤਾਂ ਇੱਥੋਂ ਤੱਕ ਗੁੰਡਾਗਰਦੀ ਦਾ ਇਜ਼ਹਾਰ ਕੀਤਾ ਕਿ ਆਪਣਾ ਪਿਸ਼ਾਬ ਜ਼ਬਰਦਸਤੀ ਗੁਰਦੇਵ ਕੌਰ ਦੇ ਮੂੰਹ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਉਸਨੇ ਇਹ ਕਿਹਾ ਕਿ ਤੂੰ ਗੁਰੂ ਗੋਬਿੰਦ ਸਿੰਘ ਦਾ ਪੀਤਾ ਇਹਦਾ ਹੁਣ ਗੋਬਿੰਦ ਰਾਮ ਦਾ ਅੰਮ੍ਰਿਤ, ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤ ਪੀਤਾ, ਹੁਣ ਗੋਬਿੰਦ ਰਾਮ ਦਾ ਮੂਤਰ ਵੀ ਪੀ। ਸੋ ਇਹਨਾਂ ਦੇ ਜ਼ੁਲਮ ਦੇ ਖਿਲਾਫ ਪ੍ਰੋਫੈਸਰ ਦਰਸ਼ਨ ਸਿੰਘ, ਜਿਸ ਨੂੰ ਉਸਦੇ ਅਕਾਲ ਤਖਤ ਸਾਹਿਬ ਦੀ ਸਰਬਰਾਹੀ ਮਿਲੀ ਹੋਈ ਸੀ, ਉਸ ਦੀ ਅਗਵਾਈ ਹੇਠ 1 ਸਤੰਬਰ ਦੇ ਦਿਨ ਸਿੱਖਾਂ ਨੇ ਬੜਾ ਵੱਡਾ ਪ੍ਰੋਟੈਸਟ ਜਲੂਸ ਕੱਢਿਆ। ਮਗਰੋਂ ਸਰਕਾਰ ਨੇ ਇਸ ਗੋਬਿੰਦ ਰਾਮ SSP ਨੂੰ DIG ਬਣਾ ਦਿੱਤਾ। ਪਹਿਲਾਂ ਤਾਂ ਉਹਨੂੰ ਮਹਿਫੂਜ਼ ਜਗ੍ਹਾ ਜਲੰਧਰ PIP 'ਚ ਰੱਖਿਆ ਜਿੱਥੇ ਕਿ ਪੱਤਾ ਤੱਕ ਨਹੀਂ, ਪੰਛੀ ਤੱਕ ਨਹੀਂ ਫੜਕ ਸਕਦਾ। ਫਿਰ ਉਸ ਤੋਂ ਬਾਅਦ ਇੱਕ ਹੋਰ ਮਜ਼ਬੂਤ ਜਗ੍ਹਾ ਜਿਹੜੀ ਹੈ ਫਿਲੌਰ ਕਿਲ੍ਹਾ, ਉਹਦੇ ਵਿੱਚ ਭੇਜ ਦਿੱਤਾ ਤੇ ਤਾਂ ਜੋ ਉਹ ਜਿਹੜਾ ਬਚਿਆ ਰਹਿ ਸਕੇ, ਕਿਉਂਕਿ ਹੁਣ ਉਹ ਸਿੱਖਾਂ ਦੀ ਹਿੱਟ ਲਿਸਟ 'ਤੇ ਆ ਗਏ ਸੀ ਇੰਨੇ ਜ਼ੁਲਮ ਕਰਨ ਤੋਂ ਬਾਅਦ। ਤੋ ਖੈਰ ਸਿੱਖਾਂ ਦੇ ਹੱਥੋਂ ਤਾਂ ਪੁੱਤਰ ਆ ਗਿਆ, ਇਕਲੌਤਾ ਪੁੱਤਰ ਸੀ, ਉਸ ਨੂੰ ਵੀ ਜਿਹੜਾ ਜਲੰਧਰ 'ਚ ਉਹਨਾਂ ਨੇ ਗੋਲੀ ਮਾਰ ਕੇ ਮਾਰਤਾ। ਫਿਰ ਫਿਲੌਰ ਕਿਲ੍ਹੇ ਵਿੱਚ ਇਸ ਨੂੰ ਵੀ ਇਹਦੀ ਮੰਜੀ ਦੇ ਹੇਠਾਂ ਬੰਬ ਰੱਖ ਕੇ ਇਸ ਨੂੰ ਬਿਲਕੁਲ ਉਡਾਤਾ ਗਿਆ ਤੇ ਇਹਦੇ ਫੀਤੇ ਕਰਤੇ ਗਏ। ਇਹ ਵਿਚਾਰ ਕੀਤਾ ਜਾਂਦਾ ਕਿ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਕੰਵਰਜੀਤ ਸਿੰਘ ਦਾ ਇਹਦੇ 'ਚ ਬੜਾ ਵੱਡਾ ਰੋਲ ਸੀ। 1999 ਵਿੱਚ ਸਾਡੇ ਕੋਲ ਨਕਲੀ ਮੁਕਾਬਲੇ ਦੀਆਂ ਘਟਨਾਵਾਂ ਵਿੱਚੋਂ ਇੱਕ ਆਉਂਦੀ ਹੈ ਕਿ 1999 ਦੀ 1 ਸਤੰਬਰ ਦੇ ਦਿਨ ਪੰਜਾਬ ਪੁਲਿਸ ਨੇ ਰਾਜਪਾਲ ਸਿੰਘ ਵਾਸੀ ਹਰੀਆਂ ਅੰਮ੍ਰਿਤਸਰ, ਸਤਨਾਮ ਸਿੰਘ ਪੱਪੂ ਵਾਸੀ ਸਕੱਤਰਾ, ਕੁਲਦੀਪ ਸਿੰਘ ਬੱਬਰ ਉਰਫ ਸ਼ਰਮਾ ਵਾਸੀ ਕੋਟਲਾ ਦੂਨ, ਮਹਿੰਦਰ ਸਿੰਘ ਪੱਪੂ ਵਾਸੀ ਓਠੀਆਂ, ਦਿਲਬਾਗ ਸਿੰਘ ਬਾਗਾ ਵਾਸੀ ਕੁਹਾਲੀ ਅੰਮ੍ਰਿਤਸਰ, ਧਰਮ ਸਿੰਘ ਬਾਬਾ, ਬਲਜੀਤ ਸਿੰਘ ਬਿੱਲੂ ਤੇ ਗੁਰਮੇਸ਼ ਸਿੰਘ ਕਾਲਾ ਤਿੰਨੇ ਵਾਸੀ ਵੇਈ ਪੋਈ ਅੰਮ੍ਰਿਤਸਰ ਨੂੰ ਨਕਲੀ ਮੁਕਾਬਲੇ ਸ਼ਹੀਦ ਕੀਤਾ। ਇਹ ਘਟਨਾ 1 ਸਤੰਬਰ 1991 ਦੀ ਹੈ। ਫਿਰ 1992 ਦੀ ਸਾਡੇ ਕੋਲ ਘਟਨਾ ਹੈ ਕਿ 1 ਸਤੰਬਰ 1992 ਦੇ ਦਿਨ ਪੁਲਿਸ ਨੇ ਤਰਸੇਮ ਸਿੰਘ ਪੁੱਤਰ ਅਛਤ ਸਿੰਘ ਵਾਸੀ ਸਾਵਣਾ ਨੇੜੇ ਝਬਾਲ ਜ਼ਿਲ੍ਹਾ ਤਰਨਤਾਰਨ ਤੇ ਚਰਨਜੀਤ ਸਿੰਘ ਉਰਫ ਕੁੱਲੂ ਪੁੱਤਰ ਹਰਬੰਸ ਸਿੰਘ ਵਾਸੀ ਜਲਾਲਾਬਾਦ ਜ਼ਿਲ੍ਹਾ ਅੰਮ੍ਰਿਤਸਰ ਨੂੰ ਨਕਲੀ ਮੁਕਾਬਲੇ ਸ਼ਹੀਦ ਕਰ ਦਿੱਤਾ। 2004 ਦੀ 1 ਸਤੰਬਰ ਦੀ ਘਟਨਾ ਇਹ ਹੈ ਕਿ 2004 ਵਿੱਚ ਫਰਾਂਸ ਨੇ ਸਿੱਖਾਂ ਦੇ ਦਸਤਾਰ ਪਾਉਣ ਤੇ ਪਾਬੰਦੀ ਦਾ ਕਾਨੂੰਨ ਜਿਹੜਾ ਪਾਸ ਕੀਤਾ। ਸਾਨੂੰ ਪਤਾ ਹੈ ਕਿ 2000 ਸਨ ਤੋਂ ਬਾਅਦ ਯੂਰਪ ਵਿੱਚ ਮੁਸਲਮਾਨਾਂ ਦੀ ਗਿਣਤੀ 'ਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਸੀ। ਲੋਕ 5-5 7-7 10 ਬੱਚੇ ਵੀ ਪੈਦਾ ਕਰਦੇ ਸਨ, 3-3 4-4 ਵਿਆਹ ਵੀ ਕਰਦੇ ਸਨ ਔਰ ਹਰ ਤਰੀਕੇ ਨਾਲ ਉਹ ਜਿਹੜਾ ਆਪਣੀ ਆਬਾਦੀ ਵਧਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਤੋ ਇਹ ਸਾਰਾ ਜਿਹੜਾ ਨਸਲਵਾਦੀ ਤਾਕਤਾਂ ਜਿਹੜੀਆਂ ਨੇ ਨਫ਼ਰਤ ਕਰਦੇ ਸੀਗੇ ਨਾਨ ਵਾਈਟ ਲੋਕਾਂ ਨੂੰ, ਗੋਰਿਆਂ ਤੋਂ ਬਿਨਾਂ ਦੂਜਿਆਂ ਨੂੰ, ਕਾਲੇ ਰੰਗ ਵਾਲੇ ਭੂਰੇ ਰੰਗ ਵਾਲੇ ਸਾਰੇ ਨਫ਼ਰਤ ਕਰਦੇ ਸਨ, ਉਹ ਵੀ ਇਹਨਾਂ ਦੇ ਖਿਲਾਫ ਸਾਜ਼ਿਸ਼ਾਂ ਕਰਦੇ ਰਹੇ ਸਨ। ਸੋ ਆਪਸ ਵਿੱਚ ਟੱਸਲ ਚੱਲਦੀ ਰਹਿੰਦੀ ਸੀ। ਸੋ ਸਰਕਾਰਾਂ ਵੀ ਜਿਹੜੀਆਂ ਸਨ, ਜਿਨ੍ਹਾਂ ਦੇ ਸਰਕਾਰ 'ਚ ਨਸਲਵਾਦੀ ਮਿਨਿਸਟਰ ਬੈਠੇ ਸਨ, ਉਹ ਵੀ ਕਦੇ ਇੱਕ ਕਾਨੂੰਨ ਕਦੇ ਦੂਜਾ ਕਾਨੂੰਨ ਬਣਾਈ ਜਾ ਰਹੇ ਸਨ ਤਾਂ ਜੋ ਇਹਨਾਂ ਨੂੰ ਰੋਕਿਆ ਜਾਏ, ਇਹਨਾਂ ਨੂੰ ਕਿਸ ਤਰੀਕੇ ਨਾਲ ਤੰਗ ਕੀਤਾ ਜਾਏ। 2003 ਵਿੱਚ ਫਰਾਂਸ ਦੀ ਸਰਕਾਰ ਨੇ ਇੱਕ ਨਵੀਂ ਸਾਜ਼ਿਸ਼ ਤਿਆਰ ਕੀਤੀ ਕਿ ਇਸ ਮੁਤਾਬਕ
ਸਿਰਫ ਉਹਨਾਂ ਨੇ ਮੁਸਲਮਾਨ ਔਰਤਾਂ ਦਾ ਬੁਰਕਾ ਹੀ ਨਹੀਂ ਬਲਕਿ ਸਕਾਰਫ ਜਿਹੜਾ ਹੈ ਉਹਨੂੰ ਵੀ ਬੈਨ ਕਰਨ ਦੀ ਸਕੀਮ ਬਣਾ ਲਈ। ਤਾਂ ਸਰਕਾਰ ਨੇ ਕਾਨੂੰਨ ਦਾ ਫੈਸਲਾ ਕਰ ਲਿਆ ਕਿ ਸਕੂਲਾਂ ਅਤੇ ਕੰਮ ਕਰਨ ਵਾਲੀਆਂ ਜਿੱਥੇ ਵੀ ਕੰਮ ਦੇ ਸੰਸਥਾਵਾਂ ਨੇ ਉੱਥੇ ਕੋਈ ਮੁਲਾਜ਼ਮ ਕੰਮ ਕਰਦੇ ਹਨ, ਕੋਈ ਵੀ ਸ਼ਖਸ ਆਪਣੇ ਧਾਰਮਿਕ ਚਿੰਨ੍ਹ ਪਾ ਕੇ ਨਹੀਂ ਜਾ ਸਕੇਗਾ। ਭਾਵੇਂ ਕਾਨੂੰਨ ਇਹ 4 ਮਾਰਚ 2004 ਨੂੰ ਪਾਸ ਹੋਇਆ ਸੀ, ਪਰ ਇਹਦਾ ਚਰਚਾ ਕਈ ਮਹੀਨੇ ਪਹਿਲਾਂ ਚੱਲਦਾ ਰਿਹਾ ਤੇ ਸਿੱਖਾਂ ਨੇ ਇਸ ਬਾਰੇ ਪ੍ਰੋਟੈਸਟ ਵੀ ਕੀਤਾ। 16 ਜਨਵਰੀ 2004 ਦੇ ਦਿਨ ਸਿਮਰਨਜੀਤ ਸਿੰਘ ਮਾਨ ਨੇ ਦਿੱਲੀ ਵਿੱਚ ਫਰਾਂਸ ਦੇ ਸਫੀਰ ਨੂੰ ਮੈਮੋਰੰਡਮ ਵੀ ਦੇਣਾ ਸੀਗਾ। ਤਾਂ 30 ਜਨਵਰੀ ਨੂੰ ਕੈਥੋਲਿਕ ਪੋਪ ਨੇ ਵੀ ਸਿੱਖਾਂ ਦੀ ਹਮਾਇਤ ਕੀਤੀ। 1 ਫਰਵਰੀ ਨੂੰ ਪੈਰਿਸ ਵਿੱਚ ਸਿੱਖਾਂ ਨੇ ਇੱਕ ਬਹੁਤ ਵੱਡਾ ਜਲੂਸ ਕੱਢਿਆ, ਜਿਹਦੇ ਵਿੱਚ ਵੈਸੇ ਮੋਨੇ ਬਹੁਤੇ ਸਨ ਤੇ ਸਿੱਖ ਬਹੁਤ ਘੱਟ ਸਨ। ਇਸ ਕਰਕੇ ਇਹਦਾ ਅਸਰ ਸਗੋਂ ਨਾ ਪੱਖੀ ਰਿਹਾ। ਅਖੀਰ ਫਰਾਂਸ ਸਰਕਾਰ ਨੇ ਪਰਵਾਹ ਨਾ ਕੀਤੀ ਤੇ ਕਾਨੂੰਨ ਪਾਸ ਕਰ ਦਿੱਤਾ। ਇਹ ਕਾਨੂੰਨ ਰੁਕ ਸਕਦਾ ਸੀ ਜੇਕਰ ਭਾਰਤੀ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਫਰਾਂਸ ਨਾਲ ਅਰਬਾਂ ਰੁਪਏ ਦੇ ਸਮਝੌਤਿਆਂ ਵੇਲੇ ਇਹ ਸ਼ਰਤ ਰੱਖਦਾ, ਕਿਉਂਕਿ ਮਨਮੋਹਨ ਸਿੰਘ ਭਾਵੇਂ ਸਿੱਖੀ ਸਰੂਪ ਵਿੱਚ ਸੀ ਪਰ ਉਸਦੇ ਘਰ ਵਿੱਚ ਸਿੱਖੀ ਦਾ ਮਾਹੌਲ ਨਹੀਂ ਸੀ। ਉਸਦੀਆਂ ਦੋਵੇਂ ਧੀਆਂ ਹਿੰਦੂਆਂ ਨਾਲ ਵਿਆਹੀਆਂ ਸੀ। ਇਸ ਕਰਕੇ ਮਨਮੋਹਨ ਸਿੰਘ, ਦੂਸਰਾ ਸੋਨੀਆ ਗਾਂਧੀ ਜਿਹੜੀ ਸੀ ਉਹ ਸਿੱਖਾਂ ਦੇ ਮਾਮਲੇ 'ਚ ਮਨਮੋਹਨ ਸਿੰਘ ਨੂੰ ਜਿਹੜਾ ਹੈ ਕੋਈ ਐਕਸ਼ਨ ਲੈਣ ਤੋਂ ਵਾਸਤੇ ਮਨਜ਼ੂਰ ਨਹੀਂ ਸੀ ਕਰਦੀ। ਸੋ ਮਨਮੋਹਨ ਸਿੰਘ ਵੀ ਜਿਹੜਾ ਹੈ 2-3 ਵਾਰੀ ਫਰਾਂਸ ਗਿਆ, ਉਹਨੇ ਇੱਕ ਵਾਰੀ ਵੀ ਜਾ ਕੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਜਿਹਦੇ ਨਾਲ ਸਿੱਖਾਂ ਤੇ ਪਾਬੰਦੀ ਦੇ ਖਿਲਾਫ ਬੋਲੇ। ਸੋ ਇਸ ਤਰ੍ਹਾਂ ਦਾ ਸਿੱਖ ਦੇ ਤੌਰ ਤੇ ਉਹਦਾ ਰੋਲ ਸਾਰਾ ਨਫੀ ਤੌਰ ਰਿਹਾ। ਖੈਰ, ਫਰਾਂਸ ਦਸਤਾਰ ਤੇ ਪਾਬੰਦੀ ਜਿਹੜੀ ਹੈ ਉਹ ਕਾਨੂੰਨ ਜਿਹੜਾ ਮਾਰਚ 'ਚ ਪਾਸ ਹੋਇਆ ਸੀ ਉਹਦੇ ਮੁਤਾਬਕ 1 ਸਤੰਬਰ 2000 ਤੋਂ ਲਾਗੂ ਹੋ ਗਈ ਤੇ ਇਸ ਦੇ ਖਿਲਾਫ ਅਦਾਲਤ 'ਚ ਕੇਸ ਵੀ ਕੀਤਾ ਗਿਆ। ਫਰਾਂਸ ਦੀ ਸੁਪਰੀਮ ਕੋਰਟ ਤੱਕ ਤਾਂ ਇਹ ਹਾਰਿਆ ਜਾਣਾ ਸੀ। ਇਨਸਾਨੀ ਹਕੂਕ ਅਦਾਲਤ ਵਰਗੇ ਅਦਾਰੇ 'ਚ ਕਾਮਯਾਬ ਜ਼ਰੂਰ ਹੋ ਸਕਦਾ ਸੀ, ਕਿਉਂਕਿ ਸਿੱਖਾਂ ਦਾ ਮੁੱਢਲਾ ਧਾਰਮਿਕ ਹੱਕ ਉਹਦੇ ਤੇ ਪਾਬੰਦੀ ਸੀ। ਸਿੱਖ ਵਾਸਤੇ ਦਸਤਾਰ ਚਿੰਨ੍ਹ ਜਾਂ ਕਲਚਰ ਨਹੀਂ ਬਲਕਿ ਉਸਦੇ ਧਰਮ ਦਾ ਅਟੁੱਟ ਹਿੱਸਾ ਹੈ। ਸੋ ਇਸ ਕਰਕੇ ਇਹ ਪਾਬੰਦੀ ਜਿਹੜੀ ਹੈ ਇੱਕ ਕਿਸਮ ਦਾ ਫਰਾਂਸ ਵਿੱਚ ਸਿੱਖ ਧਰਮ ਨੂੰ ਅਸਿੱਧੇ ਤੌਰ ਤੇ ਬੈਨ ਕਰਨਾ ਸੀ। ਸੋ ਇਹ ਸਨ ਘਟਨਾਵਾਂ ਜਿਹੜੀਆਂ 1 ਸਤੰਬਰ ਦੀਆਂ ਸਿੱਖ ਤਾਰੀਖ ਨੇ ਰਿਕਾਰਡ ਕੀਤੀਆਂ ਹਨ। ਸ਼ੁਕਰੀਆ।